जो इस केस में FIR 129 में मुलजिम हैं, बतौर मुलजिम अंडर सेक्शन 313 की उनकी स्टेटमेंट हुई। उन्होंने अपनी स्टेटमेंट में कहा कि जो गवाह ने ਅੱਜ ਫਰੀਦਕੋਟ ਦੀ ਅਦਾਲਤ ਵਿੱਚ ਸਟੇਟ ਵਰਸਸ ਸੁਖਬੀਰ ਸਿੰਘ ਬਾਦਲ ਐਂਡ ਅਦਰ ਕੇਸ ਦੇ ਵਿੱਚ ਦੋਸ਼ੀ ਸੁਖਬੀਰ ਸਿੰਘ ਬਾਦਲ ਖੁਦ 1:30 ਤੇ ਅਦਾਲਤ ਵਿੱਚ ਪੇਸ਼ ਹੋਏ। ਉਸ ਤੋਂ ਪਹਿਲਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਫਰੀਦਕੋਟ ਦੇ ਵਿੱਚ ਪਟੀਸ਼ਨਰ ਨਰੇਸ਼ ਕੁਮਾਰ ਸਹਿਗਲ ਨੇ ਹਾਜ਼ਰ ਹੋ ਕੇ ਆਪਣੀ ਰਿਵੀਜ਼ਨ ਜੋ ਫਾਈਲ ਕੀਤੀ ਸੀ ਉਸ ਤੇ ਜਿਰਾ ਕੀਤੀ, ਜਿਸ ਵਿੱਚ ਉਹਨਾਂ ਨੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਅੱਗੇ ਇਹ ਪ੍ਰੇਰ ਰੱਖੀ ਕਿ 301 ਅਤੇ 319 ਦੀਆਂ ਜੋ ਐਪਲੀਕੇਸ਼ਨਾਂ ਹੇਠਲੀ ਕੋਰਟ ਟ੍ਰਾਇਲ ਕੋਰਟ ਨੇ ਡਿਸਮਿਸ ਕੀਤੀਆਂ ਹਨ ਉਹ ਨਹੀਂ ਹੋਣੀਆਂ ਚਾਹੀਦੀਆਂ ਸੀ, ਕਿਉਂਕਿ ਕਾਨੂੰਨ ਅਨੁਸਾਰ ਜਿਹੜੇ ਦੋਸ਼ੀ ਇਸ FIR ਦੇ ਵਿੱਚ ਆਉਂਦੇ ਨੇ, ਬਿਆਨਾਂ ਦੇ ਵਿੱਚ ਆਉਂਦੇ ਨੇ ਅਤੇ ਮਦਈਆਂ ਨੇ ਜਿਨ੍ਹਾਂ ਦੇ ਨਾਮ ਲਏ ਆ, ਉਹਨਾਂ ਪੁਲਿਸ ਅਫਸਰਾਂ ਲੋਕ ਸੇਵਕਾਂ ਨੂੰ ਬਤੌਰ ਮੁਲਜ਼ਮ ਕੋਰਟ ਦੇ ਵਿੱਚ ਤਲਬ ਕੀਤਾ ਜਾਵੇ। ਅਤੇ 311 ਥੱਲੇ ਜਿਹੜੀਆਂ ਲੋਕਾਂ ਨੇ ਗਵਾਹ ਫੋਟੋਆਂ ਪੱਤਰਕਾਰਾਂ ਨੇ 5 ਸਤੰਬਰ 1999 ਨੂੰ ਮੌਕੇ ਤੇ ਜਦ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦਾ ਕੈਮਰਾ ਖੋਹ ਕੇ ਉਹਨਾਂ ਉੱਪਰ ਹਮਲਾ ਕੀਤਾ ਸੀ, ਆਪਣੇ ਸਾਥੀਆਂ ਸੰਪਰਕੀਆਂ ਪੁਲਿਸ ਅਫਸਰਾਂ ਦੀ ਹਾਜ਼ਰੀ ਵਿੱਚ ਕਿਸੇ ਵੀ ਪੁਲਿਸ ਅਫਸਰ ਨੇ ਸੁਖਬੀਰ ਸਿੰਘ ਬਾਦਲ ਤੋਂ ਪੱਤਰਕਾਰਾਂ ਨੂੰ ਨਹੀਂ ਛਡਾਇਆ, ਨਾ ਹੀ FIR ਦਰਜ ਕੀਤੀ। ਇਲੈਕਸ਼ਨ ਕਮਿਸ਼ਨਰ MS ਗਿੱਲ ਦਿੱਲੀ ਨੇ ਉਸ ਸਮੇਂ 5 ਸਤੰਬਰ 1999 ਨੂੰ ਇਲੈਕਸ਼ਨ ਪੋਸਟਪੋਨ ਕਰਦੇ ਹੋਏ 7 ਸਤੰਬਰ 1999 ਨੂੰ ਰੀਕਾਲ ਜੈਤੋ ਚੁੰਗੀ ਕੋਟਕਪੂਰੇ ਦੇ ਕੁਝ ਵਾਰਡਾਂ ਦਾ ਦੌਰਾ ਕਰਾਇਆ ਸੀ। ਇਸ ਤੋਂ ਮਹੱਤਵਪੂਰਨ ਕੋਈ ਹੋਰ ਸਬੂਤ ਨਹੀਂ ਹੈ। ਨਰੇਸ਼ ਕੁਮਾਰ ਸਹਿਗਲ ਨੂੰ ਹਸਪਤਾਲ ਦੇ ਵਿੱਚ ਪ੍ਰਸ਼ੋਤਮ ਬਤਾਵ ਅਤੇ ਹੋਰਾਂ ਨੇ ਦਾਖਲ ਕਰਾਇਆ ਸੀ। ਦਾਖਲ ਕਰਾਉਣ ਦੇ ਸਮੇਂ ਡਾਕਟਰਾਂ ਨੇ MLR ਕੱਟ ਕੇ ਕੋਟਕਪੂਰਾ ਪੁਲਿਸ ਸਟੇਸ਼ਨ ਨੂੰ ਭੇਜੀ, ਜੋ ASI ਬਚਨ ਸਿੰਘ ਨੇ ਰਿਕਾਰਡ ਦੇ ਵਿੱਚ ਖੁਰਦ-ਬੁਰਦ ਕਰ ਦਿੱਤੀ, ਪਰ FIR ਤੇ ਨਾ ਹੀ ਬਿਆਨ ਦਰਜ ਕਰ ਕੀਤੀ ਦੋਸ਼ੀਆਂ ਦੇ ਖਿਲਾਫ। ਉਸੇ ਤਰ੍ਹਾਂ ਉਸ ਸਮੇਂ ਨਰੇਸ਼ ਕੁਮਾਰ ਸਹਿਗਲ ਨੇ ਹਸਪਤਾਲ ਦੇ ਵਿੱਚ ਬੈੱਡ ਹੈਗ ਟਿਕਟ ਤੇ ਆਪਣੇ ਆਪ ਨੂੰ ਖਤਰੇ ਦੇ ਵਿੱਚ ਦੱਸਦੇ ਹੋਏ ਲਿਖ ਕੇ ਡਾਕਟਰਾਂ ਨੂੰ ਦਿੱਤਾ ਸੀ, ਉਹ ਰਿਕਾਰਡ ਵੀ ਅੱਜ ਤੱਕ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ। ਇਸੇ ਤਰ੍ਹਾਂ ਜੋ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਰੀਕਾਲ ਕੀਤਾ ਸੀ, ਨਰੇਸ਼ ਕੁਮਾਰ ਸਹਿਗਲ ਦੇ ਪੱਤਰਕਾਰ ਦੇ ਹੋਣ ਦੇ ਨਾਤੇ ਇਲੈਕਸ਼ਨ ਨੂੰ ਖਤਮ ਕਰਕੇ ਦੁਬਾਰਾ ਕਰਾਇਆ ਸੀ, ਉਹ ਵੀ ਰਿਕਾਰਡ ਅੱਜ ਤੱਕ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ। ਉਸ ਸਮੇਂ ਦੇ ਅਖਬਾਰਾਂ ਦੀਆਂ ਖਬਰਾਂ ਤੇ ਹੋਰ ਜਿਹੜਾ ਫੋਟੋਆਂ ਮੌਕੇ ਦੀਆਂ ਉਹ ਵੀ ਰਿਕਾਰਡ ਅੱਜ ਤੱਕ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ। ਇਸੇ ਤਰ੍ਹਾਂ ਜਦ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਥਾਣਾ ਸਿਟੀ ਕੋਟਕਪੂਰੇ ਦੇ ਵਿੱਚ SI ਨੇਕ ਸਿੰਘ ਤਫਤੀਸ਼ੀ ਅਫਸਰ ਨੇ ਤਫਤੀਸ਼ ਲਈ ਸੱਦਿਆ ਸੀ, ਜਿਹੜੀ ਵੀਡੀਓ ਰਿਕਾਰਡਿੰਗ ਕੀਤੀ ਗਈ ਸੀ ਉਹ ਸਾਰੀ ਵੀਡੀਓ ਰਿਕਾਰਡਿੰਗ ਵੀ ਰਿਕਾਰਡ ਦੇ ਉੱਪਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤੀ ਗਈ। ਇਸੇ ਤਰ੍ਹਾਂ ਜਦ ਥਾਣੇ ਦੇ ਵਿੱਚ ਪੁਲਿਸ ਅਫਸਰ ਤਫਤੀਸ਼ ਕਰ ਰਹੇ ਸੀ ਤਾਂ ਅਕਾਲੀ ਵਰਕਰਾਂ ਨੇ ਸ਼ਰੇਆਮਬਾਜ਼ੀ ਕੀਤੀ ਸੀ, ਉਹ ਸਾਰਾ ਰਿਕਾਰਡ ਵੀ ਇਸ ਅਦਾਲਤ ਦੇ ਵਿੱਚ ਤਫਤੀਸ਼ੀ ਅਫਸਰ ਨੇ ਪੇਸ਼ ਨਹੀਂ ਕੀਤਾ। ਇੱਥੋਂ ਤੱਕ ਕਿ ਸਰਕਾਰੀ ਵਕੀਲ ਨੇ ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਬਾਦਲ ਪਰਿਵਾਰ ਦੇ ਅਧੀਨ ਕੰਮ ਕਰਦੇ ਨੇ, ਸਾਰਾ ਲਾ ਉਹਨਾਂ ਦੇ ਅਧੀਨ ਹੀ ਆਉਂਦਾ ਹੈ, ਹੋਮ ਡਿਪਾਰਟਮੈਂਟ ਪੁਲਿਸ ਉਹਨਾਂ ਦੇ ਅਧੀਨ ਆਉਂਦੀ ਹੈ, ਉਹਨਾਂ ਨੇ 12-13 ਗਵਾਹਾਂ ਕੁਝ ਗਵਾਹਾਂ ਨੂੰ ਜੋ ਮਹੱਤਵਪੂਰਨ ਨਹੀਂ ਸਨ ਕਰਾਉਣ ਦੇ ਬਾਵਜੂਦ ਬਾਕੀ ਸਾਰੇ ਗਵਾਹਾਂ ਨੂੰ ਗਿਵ ਅਪ ਕਰ ਦਿੱਤਾ, ਤਾਂ ਕਿ ਸਿੱਧੇ ਤੌਰ ਤੇ ਜੇ ਕਲੀਅਰ ਹੈ ਕਿ ਕੋਰਟ ਪ੍ਰੋਸੀਜਰ ਅਤੇ ਲਾ ਦੇ ਅਨੁਸਾਰ ਸਰਕਾਰੀ ਵਕੀਲ ਨੇ ਉਲਟ ਚੱਲ ਕੇ ਆਪਦੀ ਪਾਵਰ ਨੂੰ ਮਿਸਯੂਜ਼ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਬਰੀ ਕਰਾਉਣ ਦੇ ਨਾਤੇ ਉਸ ਨੇ ਸਾਰੀਆਂ ਸਰਕਾਰੀ ਗਵਾਹੀਆਂ ਨੂੰ ਖਤਮ ਕਰਦੇ ਹੋਏ ਮੁਲਜ਼ਮ ਪੱਖ ਦੇ ਸਫਾਈ ਦੇ ਗਵਾਹਾਂ ਨੂੰ ਪੇਸ਼ ਕਰਨ ਲਈ ਅਦਾਲਤ ਦੇ ਅੱਗੇ ਪ੍ਰੇਰ ਕਰ ਦਿੱਤੀ। ਇੱਥੋਂ ਤੱਕ ਕਿ ਜੋ ਮਦਈ ਨੇ ਨਰੇਸ਼ ਕੁਮਾਰ ਸਹਿਗਲ ਨੇ 311 ਤੇ 319 ਦੀਆਂ ਐਪਲੀਕੇਸ਼ਨ ਮੂਵ ਕੀਤੀਆਂ ਸੀ, ਉਹਨਾਂ ਲਈ ਵੀ ਇੱਕ ਸ਼ਬਦ ਵੀ ਮੂੰਹੋਂ ਬੋਲ ਕੇ ਇਹ ਨਹੀਂ ਕਿਹਾ ਕਿ FIR ਦੇ ਵਿੱਚ ਅਤੇ ਬਿਆਨਾਂ ਦੇ ਵਿੱਚ ਤੇ ਗਵਾਹਾਂ ਦੇ ਵਿੱਚ ਦੱਸੇ ਗਏ ਦਰਜ ਕਰਾਏ ਗਏ ਅਦਾਲਤ ਦੇ ਵਿੱਚ ਬਿਆਨਾਂ ਦੇ ਵਿੱਚ ਇਹਨਾਂ ਦੇ ਨਾਮ ਆਉਂਦੇ ਨੇ, ਇਹ ਬਤੌਰ ਮੁਲਜ਼ਮ ਨੇ, ਜਿਵੇਂ ਕਿ SSP AS ਰਾਏ, ਬਲਵੀਰ ਸਿੰਘ ਖਹਿਰਾ, ਦੇਸਰਾਜ ਭਾਟੀਆ, ਜਗਜੀਤ ਸਿੰਘ ਬਾਵਾ SHO ਅਤੇ ASI ਬਚਨ ਸਿੰਘ, ਬਲਵੀਰ ਸਿੰਘ ਅਤੇ ਹੋਰ ਜਿਹੜੇ ਬਲਵਿੰਦਰ ਸਿੰਘ ਤਹਿਸੀਲਦਾਰ ਉਸ ਸਮੇਂ ਦੇ ਡਿਊਟੀ ਅਫਸਰ ਸੀ, ਜਿਨ੍ਹਾਂ ਨੇ ਆਪਦੀ ਪਾਵਰ ਦਾ ਮਿਸਯੂਜ਼ ਕੀਤਾ ਤੇ ਰਿਕਾਰਡ ਨੂੰ ਖੁਰਦ-ਬੁਰਦ ਕੀਤਾ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ 2006 ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ FIR ਸੁਖਬੀਰ ਸਿੰਘ ਬਾਦਲ ਅਤੇ ਹੋਰ ਦੋਸ਼ੀਆਂ ਦੇ ਖਿਲਾਫ ਦਰਜ ਹੋਈ, ਪਰ ਜੋ ਸਾਰਾ ਰਿਕਾਰਡ ਸੀਗਾ, ਜੋ ਪਟੀਸ਼ਨ ਦੇ ਨਾਲ ਡਾਕੂਮੈਂਟ ਤੇ ਫੋਟੋਆਂ ਤੇ ਹੋਰ ਪ੍ਰੂਫ ਲਗਾਏ ਗਏ ਸੀ, ਉਹ ਅੱਜ ਤੱਕ ਮਾਨਯੋਗ ਟ੍ਰਾਇਲ ਕੋਰਟ ਦੇ ਵਿੱਚ ਸਰਕਾਰੀ ਵਕੀਲ ਅਤੇ ਤਫਤੀਸ਼ੀ ਅਫਸਰ ਨੇ ਪੇਸ਼ ਨਹੀਂ ਕੀਤੇ। ਬੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ
ਨੇ 21 ਦਸੰਬਰ 2015 ਨੂੰ ਜਦ ਨਰੇਸ਼ ਕੁਮਾਰ ਸਹਿਗਲ ਬਿਮਾਰ ਹੋਣ ਕਰਕੇ ਹਾਈ ਕੋਰਟ ਦੇ ਵਿੱਚ ਪੇਸ਼ ਨਾ ਹੋ ਸਕਿਆ ਤੇ ਉੱਥੇ ਸਰਕਾਰੀ ਵਕੀਲਾਂ ਅਤੇ ਹੋਰ ਵਕੀਲਾਂ ਨੇ ਆਪਦੀ ਆਰਗੂਮੈਂਟ 'ਚ ਇਹ ਕਹਿ ਦਿੱਤਾ ਕਿ ਮਾਮਲਾ ਲੰਬੇ ਸਮੇਂ ਤੋਂ ਪੈਂਡਿੰਗ ਹੈ। ਮਾਨਯੋਗ ਜੱਜ ਸਾਹਿਬ ਨੇ ਉਸ ਕਾਰਨ ਸਟੇ ਤੋੜ ਦਿੱਤਾ। ਲੇਕਿਨ ਜੋ ਪਟੀਸ਼ਨ 75494 2006 ਦੀ ਪਟੀਸ਼ਨ ਨਰੇਸ਼ ਕੁਮਾਰ ਸਹਿਗਲ ਵੱਲੋਂ ਫਾਈਲ ਕੀਤੀ ਸੀ ਉਹ ਅੱਜ ਵੀ ਹਾਈ ਕੋਰਟ ਦੇ ਵਿੱਚ ਬਰਕਰਾਰ ਹੈ, ਜਿਸ ਵਿੱਚ ਉਸਨੇ ਮੰਗ ਕੀਤੀ ਸੀ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਖਤਰਾ ਹੈ, CRP ਦੀ ਸੁਰੱਖਿਆ ਦਿੱਤੀ ਜਾਵੇ, ਇਹ ਮਾਮਲੇ ਦਾ ਟ੍ਰਾਇਲ ਪੰਜਾਬ ਤੋਂ ਬਾਹਰ ਕਿਸੇ ਸਟੇਟ ਵਿੱਚ ਚਲਾਇਆ ਜਾਵੇ, ਇਹ ਸਾਰੇ ਮਾਮਲੇ ਦੀ CBI ਪੜਤਾਲ ਕਰਾਈ ਜਾਵੇ ਤਾਂ ਕਿ ਫੋਟੋ ਕੈਮਰਾ ਤੇ ਹੋਰ ਰਿਕਾਰਡ ਜੋ ਸੁਖਬੀਰ ਸਿੰਘ ਬਾਦਲ ਤੋਂ ਬਰਾਮਦ ਕਰਾਉਣਾ ਹੈ, ਜੋ ਅਸਲਾ ਹਥਿਆਰਾਂ ਨਾਲ ਉਹਨਾਂ ਨੇ ਹਮਲਾ ਕੀਤਾ ਉਹ ਹਥਿਆਰ ਬਰਾਮਦ ਕਰਾਉਣੇ ਹਨ, ਉਹ ਸਾਰੇ ਬਰਾਮਦ ਕਰਾਏ ਜਾਣ। ਲੇਕਿਨ ਰਹੇ ਟ੍ਰਾਇਲ ਕੋਰਟ ਵਿੱਚ ਅੱਜ ਇਸ ਮਾਮਲੇ ਦੀ ਸੁਣਵਾਈ ਹੋਈ। ਉਸ ਸੁਣਵਾਈ ਦੇ ਵਿੱਚ ਮਾਨਯੋਗ ਜੱਜ ਸਾਹਿਬ ਨੇ ਨਰੇਸ਼ ਕੁਮਾਰ ਸਹਿਗਲ ਦੀ ਦਲੀਲ ਸੁਣਦੇ ਹੋਏ ਇੱਕ ਹੋਰ ਐਪਲੀਕੇਸ਼ਨ ਨੂੰ ਐਕਸੈਪਟ ਕਰਦੇ ਹੋਏ ਦੋਸ਼ੀ ਧਿਰ ਨੂੰ ਨੋਟਿਸ ਜਾਰੀ ਕੀਤਾ। ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੋਸ਼ੀ ਬਤੌਰ ਇਸ ਕੋਰਟ ਦੇ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਆਪਣੇ 313 ਦੇ ਬਿਆਨ ਰਿਕਾਰਡ ਕਰਾਏ ਤੇ ਕੁਝ ਸਫਾਈ ਦੇ ਗਵਾਹ ਪੇਸ਼ ਕਰਨ ਲਈ ਅਦਾਲਤ ਤੋਂ ਸਮਾਂ ਮੰਗਿਆ, ਜੋ ਆਉਣ ਵਾਲੀ 25 ਤਰੀਕ ਤੇ ਇਹ ਮਾਮਲਾ ਰੱਖ ਦਿੱਤਾ ਗਿਆ। ਦੂਸਰੇ ਪਾਸੇ ਜ਼ਿਲ੍ਹਾ ਤੇ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਵਿੱਚ ਨਰੇਸ਼ ਕੁਮਾਰ ਸਹਿਗਲ ਵੱਲੋਂ ਜੋ CRR ਨਵੀਂ ਫਾਈਲ ਕੀਤੀ ਗਈ ਸੀ ਰਿਵੀਜ਼ਨ ਪਟੀਸ਼ਨ, ਉਸ ਤੇ ਅੱਜ ਸੁਣਵਾਈ ਹੋਈ। ਉਹਨਾਂ ਨਰੇਸ਼ ਕੁਮਾਰ ਸਹਿਗਲ ਨੇ ਸਟੇ ਦੀ ਮੰਗ ਕੀਤੀ ਪਰ ਮਾਨਯੋਗ ਅਦਾਲਤ ਨੇ ਸਟੇ ਨਹੀਂ ਦਿੱਤਾ। ਇਸ ਦੂਸਰੀ ਧਿਰ ਨੂੰ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਦੇ ਹੋਏ ਅਗਲੀ 25 ਤਰੀਕ ਤੇ ਨੋਟਿਸ ਜਾਰੀ ਕਰ ਦਿੱਤਾ, ਜੋ ਉਸ ਦਿਨ ਸੁਣਵਾਈ ਹੋਵੇਗੀ। ਨਰੇਸ਼ ਕੁਮਾਰ ਸਹਿਗਲ ਨੇ ਬੜੇ ਹੀ ਸਾਲਾਂ ਦੇ ਵਿੱਚ ਮਾਨਯੋਗ ਸਾਰੀਆਂ ਅਦਾਲਤਾਂ ਦੇ ਵਿੱਚ ਇਹੀ ਬੇਨਤੀ ਕੀਤੀ ਕਿ ਜੋ ਦੋਸ਼ੀ ਸੁਖਬੀਰ ਸਿੰਘ ਬਾਦਲ ਹੈ ਉਹ ਅੱਜ ਡਿਪਟੀ CM ਹੈ, ਉਸ ਦਾ ਪਿਤਾ CM ਹੈ, ਉਸ ਦੇ ਆਲ ਰਿਸ਼ਤੇਦਾਰ ਜੋ ਸਰਕਾਰੀ ਮੰਤਰੀ ਤੇ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਹਨ, ਜਿਸ ਕਾਰਨ ਆਲ ਪੁਲਿਸ ਅਫਸਰ ਤੇ ਸਿਵਲ ਅਫਸਰ ਉਸ ਦੇ ਅਧੀਨ, ਉਸ ਦੇ ਇਸ਼ਾਰੇ ਤੇ, ਉਸ ਦੇ ਡਰ ਕਾਰਨ, ਉਸ ਦੇ ਪ੍ਰੈਸ਼ਰ ਥੱਲੇ ਕੰਮ ਕਰਦੇ ਹਨ, ਜਿਸ ਕਾਰਨ ਮੈਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਉਹ ਹਰ ਵਾਰ ਅਦਾਲਤ ਤੋਂ ਹੀ ਇਨਸਾਫ ਦੀ ਮੰਗ ਕਰਦਾ ਹੈ, ਅਦਾਲਤ ਦੇ ਹੀ ਇਨਸਾਫ ਦੇ ਰਾਹੀਂ ਉਸ ਨੂੰ FIR ਦਰਜ ਕਰਾਉਣ ਦਾ ਹੁਕਮ ਹੋਇਆ ਸੀ। ਅੱਜ ਵੀ ਨਰੇਸ਼ ਸਹਿਗਲ ਨੇ ਇਹੀ ਅਦਾਲਤ ਦੇ ਅੱਗੇ ਪ੍ਰੇਅਰ ਕੀਤੀ ਕਿ ਮੈਨੂੰ ਇਨਸਾਫ ਦਿਓ ਤਾਂ ਕਿ ਮੇਰੇ ਨਾਲ ਜੋ ਧੱਕਾ ਹੋਇਆ ਮੈਨੂੰ ਇਨਸਾਫ ਮਿਲ ਸਕੇ। दी है और जो पुलिस ने इन्वेस्टिगेशन के बाद चालान को 2 कोट किया है वो सही नहीं है और उन्होंने एक अपने गवाहों की लिस्ट दी है कि हम ये कोर्ट को गवाह भुगताना चाहते हैं। उसमें कोर्ट ने अगली तारीख उनको दे दी है उनकी एविडेंस मतलब करने के लिए, और हमने एक एप्लीकेशन डाली आज ही कि हमको कल अखबारों में खबरें होने के बाद कुछ डॉक्यूमेंट ऐसा रिकॉर्ड मिला है जब 5 सितंबर 1999 में लोकसभा में सुखबीर सिंह बादल ने हमारा हमला करके फोटो कैमरा छीन लिया था और उनके साथ जो गनमैन थे, उनके साथी, संपर्की और पुलिस अफसर SSP, DSP और SPH, SHO, उन सभी के जो नाम थे वो आज तक कोर्ट में पेश नहीं हुए बतौर मुलजम। उनके खिलाफ जो हमारे पास एविडेंस अभी प्राप्त हुई थी, हमने कोर्ट में एप्लीकेशन दी और कोर्ट ने उसमें 25 तारीख के लिए सुखबीर सिंह बादल को नोटिस कर दिया। उसमें क्या था कि उस समय जो घटना वापरी थी, उस समय के जो जिला फरीदकोट के डिप्टी कमिश्नर GS गरेवाल, उन्होंने एक एप्लीकेशन SSP फरीदकोट को मूव की थी कि सुखबीर सिंह बादल ने लोकल कोटकपुरा नरेश सैगल रिपोर्टर के ऊपर अटैक किया है और उसके अटैक की एप्लीकेशन जो उन्होंने हमारे को मूव की है उसको साथ में लगा के उन्होंने SSP फरीदकोट को सेंड करके टेक नेसेसरी एक्शन एज पर लॉ का हुक्म जारी किया था। लेकिन ये रिकॉर्ड आज तक कोर्ट फाइल में पुलिस ने और इन्वेस्टिगेशन ऑफिसर ने फाइल नहीं किया था। और दूसरा, इस केस में मुख्य जो गवाह थे पुरुषोत्तम बताव एडवोकेट और जर्नलिस्ट इंडियन एक्सप्रेस, उनकी डेथ हो गई थी, जो अभी और रिकॉर्ड कोई वो पेश नहीं कर सकते थे। उनके परिवार ने हमको कोई उनकी हाथ लिखित हुई एक रिपोर्ट दी थी, हमने वो कोर्ट में फाइल कर दी और कोर्ट ने एक्सेप्ट करते हुए उसको 25 तारीख के लिए एक्सक्यूज सुखबीर सिंह बादल को नोटिस कर दिया है। और दूसरे पासे
बीते दिनी इसी कोर्ट ने हमारी अंडर सेक्शन 319 और 311 एप्लीकेशन को डिसमिस कर दिया था। वो हमने दोनों आज रिवीजन डिस्ट्रिक्ट एंड सेशन कोर्ट में फाइल करी थी, उसमें आर्गूमेंट हो गई है, अभी तक कोई भी ऑर्डर पास नहीं किया गया। जैसा कि आपका मानना है कि पुलिस जो है अपने डॉक्यूमेंट्स जो है अदालत के अंदर पेश नहीं कर रही, आप कोई सीबीआई इंक्वायरी मार्क करवाने के लिए कोर्ट में दाखिल कर सकते हैं, एप्लीकेशन कर सकते हैं? हमने जब पहले ये केस 2005 सितंबर 1999 में ये वाकया हुआ, उस समय के जितनी आल पुलिस ऑफिसर से वो सुखबीर सिंह बादल के साथ गलब हो गए थे, इसलिए उन्होंने एफआईआर दर्ज नहीं की। हम माननीय हाई कोर्ट में हमने रिट पिटीशन CRM 28708 फाइल की, उसमें 30/6/2006 में माननीय हाई कोर्ट ने सुखबीर सिंह बादल एंड अदर के खिलाफ एफआईआर लॉन्च करने का हुक्म पास किया। उसके बाद जब ट्रायल कोर्ट में ये केस आया तो माननीय इसको ऐसे चलाया कि जो कोर्ट के रिकॉर्डिंग और लॉ प्रोसीजर के उल्ट हमने माननीय पंजाब हरियाणा हाई कोर्ट में एक केस फाइल किया और प्रोसीजर ट्रायल कोर्ट की स्टे हो गई। अभी लेटेस्ट 21/12/2015 को माननीय हाई कोर्ट ने इस कोर्ट में जो ट्रायल कोर्ट था उसकी प्रोसीडिंग चालू करने के लिए हुक्म पास किए और हमने जितनी एविडेंस थी वो कराई। लेकिन जो सरकारी वकील हैं जो सुखबीर सिंह बादल के अधीन हैं, इनके पिता के अधीन हैं, वो उन्होंने जानबूझकर जो 18 एविडेंस थी 12 करा के बाकी को गिव अप कर दिया कि हम कराना नहीं चाहते। ये क्लियर कट है कि सुखबीर सिंह बादल को वो इस केस में, इस दोषी केस में बरी कराना चाहते हैं। जबकि 5 सितंबर 1999 में जब इलेक्शन कमिश्नर ऑफ इंडिया में जब कोटकपुरे के पोलिंग स्टेशन पे यहां गड़बड़ हुई थी, ये इलेक्शन पोस्टपोन किया और रिकॉल 7 सितंबर 1999 को किया। ये सबसे बड़ी एविडेंस है। और उस समय की मूवी और उस समय की फोटो जो खींची हुई थी उन पत्रकारों को सभी की एविडेंस थी। पंजाबी ट्रिब्यून, इंडियन एक्सप्रेस, टाइम्स ऑफ इंडिया, जी न्यूज, उस टाइम के स्टार न्यूज, लेकिन सभी को जो सरकारी वकील ने गिव अप कर दिया कि ये अगर कोर्ट में एविडेंस आ गई तो सुखबीर सिंह बादल को सजा हो जाएगी। इसलिए हमें माननीय कोर्ट को यह भी एप्लीकेशन दी है कि हम अपना केस इन पर्सन खुद करेंगे। इसलिए आज इन पर्सन नरेश कुमार सहगल को भी आवाज पड़ी और दोषी सुखबीर सिंह बादल को भी केस में आवाज पड़ी। आपने अपनी सुरक्षा के लिए कोई और एप्लीकेशन लगाई हो? हमने अपनी सुरक्षा के लिए एप्लीकेशन मूव की थी, लेकिन जब भी हमारे पास सुखबीर सिंह बादल सुरक्षा देता था वो पंजाब की सुरक्षा होती थी और इनके साथ साझबूझ करा के वो हमारे ऊपर और अटैक करा देते थे। इसलिए हमने अभी पंजाब हरियाणा हाई कोर्ट में CRM 75494 ऑफ 2006 एप्लीकेशन मूव की है, जिसमें ये आल केस को CBI इंक्वायरी और स्टेट से बाहर चलाने के लिए और हमारी सुरक्षा CRPF की लगाने के लिए एप्लीकेशन मूव की हुई है। वो मार्च महीने में पेंडिंग है। आपको पहले भी सुरक्षा दी गई थी लेकिन वो वापस ली गई थी, उसका कारण क्या है? हमारे को जो पहले सुरक्षा दी गई थी वो कंटिन्यू चल रही थी, लेकिन सुखबीर सिंह बादल के इशारे पे कभी सुरक्षा हमारे पास आ जाती थी, कभी नहीं आती थी। इसके लिए हमने हाई कोर्ट में एप्लीकेशन मूव की, जिसमें एक हमारे को जिप्सी दी गई, एक एम्बेसडर कार दी गई और SI और 6 हौलदार, 6 ड्राइवर 24 आवर्स के लिए। और सबसे बड़ी बात हमने हाई कोर्ट को यह बताई कि जो इस केस में मुलजिम है सुखबीर सिंह बादल, जिसने 5 सितंबर 1999 को अपने गनमैनों के साथ, अपने पुलिस अफसर के साथ हमारा फोटो कैमरा छीना और हमारे के हमला किया, उसको जेड सुरक्षा दिया। और जिस मदई ने इनके खिलाफ केस करा उस मदई को इनको सुरक्षा देने की जरूरत नहीं है, क्योंकि ये चाहते हैं कहीं भी रास्ते में आते जाते इसका एक्सीडेंट करा के, बम ब्लास्ट करा के या शूट फायरिंग करा के इसको मार दिया जाए तो केस अपने आप क्लोज हो जाएगा और सुखबीर बादल बरी हो जाएगा।